ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਹੈਗਾ ਜੀ ਨਵਲੇਪ ਗਿੱਲ ਤੇ ਪਿੰਡ ਮੇਰਾ ਹੈਗਾ ਜੀ ਡਾਲਾ ਨਾਲ ਜੀ ਸਾਡੇ ਕੈਨੇਡਾ ਤੋਂ ਜੀ। ਬਹੁਤ ਸਾਰੇ ਕੰਮ ਕੀਤੇ, ਸ਼ੁਰੂਆਤ ਭਾਂਡੇ ਮਾਂਜਣ ਤੋਂ, ਡਿਸ਼ਵਾਸ਼ਰ। ਅੱਜ ਵੀ ਹੋਟਲ ਹੈਗਾ ਸਵੀਟ ਇੰਡੀਆ, ਦੱਸੀ ਦਾ ਜੀ ਇੱਥੇ ਭਾਂਡੇ ਮਾਂਜਦੇ ਜ਼ਿੰਦਾਬਾਦ। ਉਸ ਤੋਂ ਬਾਅਦ ਟੈਕਸੀ ਵੀ ਚਲਾਈ, ਟਰੱਕ ਵੀ ਚਲਾਇਆ, ਪੜ੍ਹਾਈ ਵੀ ਕੀਤੀ ਜਾ ਕੇ। ਤਾਂ ਹੁਣ ਮੈਂ ਇੱਕ ਏਜੰਸੀ ਆ ਕਾਉਂਸਲਿੰਗ ਦਿੰਦੀ ਆ ਆਪਣੇ ਜਿਨ੍ਹਾਂ ਨੂੰ ਪ੍ਰੋਬਲਮ ਆਉਂਦੀਆਂ, ਘਰੇਲੂ ਸਮੱਸਿਆਵਾਂ, ਵਾਈਫ ਨਾਲ ਝਗੜਾ ਹੋ ਗਿਆ, ਕਿਤੇ ਲੜਾਈ ਝਗੜਾ, ਲੀਗਲੀ ਜਿਹੜੇ ਬੰਦੇ ਅਰੈਸਟ ਹੋ ਜਾਂਦੇ ਆ, ਉਹਦੇ 'ਚ ਸਾਡੇ ਕੋਲ ਦੁੱਖ ਦਿਖਾਉਣ ਬਹੁਤ ਆਉਂਦਾ ਕੈਨੇਡਾ ਦਾ। ਪੇਨ ਜਿਹਨੂੰ ਕਹਿੰਦੇ ਆ, ਜਿਹੜੇ ਬੰਦੇ ਤਰੱਕੀ ਕਰਦੇ ਆ, ਸਲਿਕਸ਼ਨ ਦਾ ਸ਼ਰਾਬ ਪੀਂਦੇ ਆ, ਐਂਜ਼ਾਈਟੀ ਅਤੇ ਐਂਗਰ ਵਾਲੇ ਵੀ, ਅਤੇ ਬੱਚਿਆਂ ਦੀਆਂ ਪ੍ਰੋਬਲਮ ਹੋਰ ਬਹੁਤ ਆ। ਸੋ ਅੱਜ ਕੱਲ੍ਹ ਸਟੂਡੈਂਟਸ ਬਹੁਤ ਗਏ ਆ, ਆਪਣੇ ਬਹੁਤ ਵੱਡੀ ਗਿਣਤੀ ਦੇ ਵਿੱਚ ਗਏ। ਤੁਸੀਂ ਖਬਰਾਂ ਫੇਸਬੁੱਕ 'ਤੇ ਇੱਧਰ ਉੱਧਰ ਦੇਖਦੇ ਆ। ਸੋ ਦੁਖਦਾਈ ਪਾਰਟ ਇਹ ਆ ਕਿ ਮਹੀਨੇ ਦੇ ਵਿੱਚ ਇਕੱਲੀ ਟੋਰਾਂਟੋ ਦਾ ਇੱਕ ਫਿਊਨਰਲ ਹੋਮ 4 ਤੋਂ 5 ਡੈਡ ਬੋਡੀਆਂ ਸਟੂਡੈਂਟਸ ਦੀਆਂ ਇੰਡੀਆ ਭੇਜਦਾ। ਇਹ ਜਿਹੜੀ ਰਿਐਲਿਟੀ ਆ, ਉਹਦਾ ਇੱਕ ਫਿਊਨਰਲ ਹੋਮ ਆ। ਬਾਕੀ ਤੁਸੀਂ ਕੈਨੇਡਾ ਛੋੜ ਟ੍ਰੈਜਡੀ, ਨਸ਼ਾ ਜਾਂ ਵੱਖ-ਵੱਖ ਕਾਰਨ ਆ, ਜਿਹਦੇ 'ਚੋਂ ਨਸ਼ਾ ਵੀ ਆ, ਸੁਸਾਈਡ ਵੀ ਆ, ਐਕਸੀਡੈਂਟਸ ਵੀ ਹੈਗੇ ਆ। ਹੁਣ ਜਿਵੇਂ ਕੱਲ੍ਹ ਇੱਕ ਮੁੰਡੇ ਦੀ ਡੈਥ ਹੋਈ ਆ, ਹੁਣ ਉਹ ਸਿਕਿਉਰਿਟੀ ਜੋਬ ਕਰਦਾ ਸੀਗਾ, ਪਰ ਉਹ ਜਾ ਕੇ ਟਰੈਕਟਰ ਟ੍ਰੇਲਰ ਦੇ ਵਿੱਚ ਐਵੇਂ ਹੁੱਕਾਂ 'ਚ ਪੰਗੇ ਲੈਣ ਲੱਗ ਗਿਆ ਜਾਂ ਕਿਸੇ ਦੀ ਹੈਲਪ ਕਰਨ ਲੱਗ ਗਿਆ। ਉਹਦੀ ਸਿਕਿਉਰਿਟੀ ਕਰਦਾ, ਉਹ ਆਈ ਸੀ ਖਬਰ ਫੇਸਬੁੱਕ 'ਤੇ ਪੜ੍ਹੀ ਆ ਬਈ ਵਿਚਾਲੇ ਉਹ ਵਿੱਚ ਆ ਗਈ। ਕੱਲ੍ਹ ਆਈ ਹੈ ਜੀ ਉਹਦੀ। ਸੋ ਸਟੂਡੈਂਟਸ ਪ੍ਰੋਬਲਮ ਬਹੁਤ ਆ। ਸੋ ਸਾਡੇ ਜਸਵਿੰਦਰ ਭਾਜੀ, ਇਹਨਾਂ ਨੇ ਅਸੀਂ ਕੈਂਪੇਨ ਸਟਾਰਟ ਕੀਤੀ ਸੀਗੀ ਵੀ ਜੇ ਕਿਸੇ ਸਟੂਡੈਂਟ ਕੋਲ ਬੈੱਡ ਹੈ ਨਹੀਂ ਗਾ, ਕੰਬਲ ਹੈ ਨਹੀਂ, ਸ਼ੈਲਟਰ ਹੈ ਨਹੀਂ, ਉਹ ਸਾਨੂੰ ਦੱਸੋ। ਸੋ ਇਹਨਾਂ ਨੇ ਬਹੁਤ ਸਾਰੇ ਗੱਦੇ, ਬੈੱਡ ਅਤੇ ਉਹਨਾਂ ਨੂੰ ਲੰਚ ਡਿਨਰ ਪ੍ਰੋਵਾਈਡ ਕੀਤਾ। ਜਿਹੜੀ ਪਹਿਲਾਂ ਸਪੋਰਟ ਹੁੰਦੀ ਆ, ਉਹ ਜੇ ਕਿਸੇ ਕੋਲ ਨਹੀਂ ਸੀ ਤਾਂ ਭਾਜੀ ਤੁਸੀਂ ਦੱਸੋਗੇ ਕਿ ਕਿੰਨੇ ਆਪਣਾ ਬੈੱਡ ਜਿਹੜੇ ਸੀਗੇ ਉਹ ਜਿਹੜੇ ਵੰਡੇ ਆ ਲੋਕਾਂ ਨੂੰ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਵੈਲਕਮ, ਜਿੰਨੇ ਵੀ ਤੁਸੀਂ ਪਹੁੰਚੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਬਹੁਤ ਛੋਟਾ ਜਿਹਾ ਨੋਟਿਸ ਸੀਗਾ ਜੀ। ਤਕਰੀਬਨ ਜੀ ਸਾਡਾ ਈਚ ਸਮੈਸਟਰ ਦੇ ਵਿੱਚ 500 ਤੋਂ 600 ਬੱਚਾ ਹੁੰਦਾ। ਮੈਂ ਇੱਥੇ ਆਇਆ ਮੈਂ ਤਕਰੀਬਨ 15 ਦਿਨ ਦੇ ਵਿੱਚ 22 ਮੈਸੇਜ ਆ ਮੇਰੇ ਕੋਲ, ਕਿਉਂਕਿ ਪਿਛਲੇ 8-9 ਮਹੀਨਿਆਂ ਤੋਂ ਬੱਚੇ ਗਏ ਨਹੀਂ ਸੀ। ਹੁਣ ਜਿਹੜੇ ਬੱਚੇ ਜਾ ਰਹੇ ਆ, ਅਸੀਂ ਇਹ ਨਹੀਂ ਪੁੱਛਦੇ, ਅਸੀਂ ਕਹਿੰਦੇ ਵੀ ਆਪਣੀ ਇਮਾਨਦਾਰੀ ਨਾਲ ਦੱਸ ਦਿਓ ਤੁਹਾਡੇ ਪੇਰੈਂਟਸ ਇਹ ਚੀਜ਼ ਨਹੀਂ ਅਫੋਰਡ ਕਰ ਸਕਦੇ। ਮੈਟਰਸ, ਰਜਾਈ, ਜੋ ਸਰਾਣਾ ਅਤੇ ਨਾਲ 1 ਵੀਕ ਦੀ ਗਰੋਸਰੀ, ਪੂਰਾ ਪੈਕੇਜ ਬਣਾ ਦਿੰਦੇ ਜੀ ਉਹਨਾਂ ਨੂੰ। ਬੱਚਿਆਂ ਨੂੰ ਬਗੈਰ ਦੁੱਧ ਤੋਂ ਕਿਲੋ 2 ਕਿਲੋ 3 ਦਾਣਾ ਦਾ ਪੈਕਟ ਮਿਕਸ ਕਰਕੇ ਬਣਾ ਦਿੰਦੇ ਆ। ਚਾਹ ਪੱਤੀ ਦਾ ਪੈਕਟ ਹੋਇਆ ਜਾਂ ਖੰਡ ਦਾ ਪੈਕਟ ਹੋਇਆ ਜੀ, ਛੋਟੇ ਛੋਟੇ ਲੂਣ ਮਿਰਚ ਮਸਾਲਾ ਪੂਰਾ ਹੀ ਬਣਾ ਦਿੰਦੇ ਅਤੇ ਬੱਚਾ ਆਉਂਦਾ ਘੱਟੋ ਘੱਟ ਮਹੀਨਾ ਕੁ ਤਾਂ ਉਹਦੇ ਨਾਲ ਗੁਜ਼ਾਰਾ ਕਰਦੇ। ਫਿਰ ਤੁਹਾਨੂੰ ਦੁੱਧ ਹੀ ਲਿਆਉਣਾ ਪਵੇ, ਬਾਹਰੋਂ ਹੋਰ ਕੁਛ ਨਹੀਂ। ਅਤੇ ਇਹ ਸਾਡੀ ਤਕਰੀਬਨ ਜੀ ਮੇਰੇ ਨਾਲ 5-4 ਸਾਲ ਹੋ ਗਏ, 3-4 ਸਾਲ ਹੋ ਗਏ ਜੀ। ਕੋਵਿਡ ਤੋਂ ਪਹਿਲਾਂ ਦੀ ਇਹ ਚੱਲਦੀ ਆ, ਕੋਸ਼ਿਸ਼ ਕਰੀਦੀ ਆ। ਪਰ ਜਿਹੜਾ ਜਿਵੇਂ ਇਹਨਾਂ ਨੇ ਕਿਹਾ, ਸਭ ਤੋਂ ਵੱਡਾ ਦਿਖਾਤ ਆ ਜਿੰਨੇ 'ਚ ਪੇਰੈਂਟਸ ਨਾਲ ਗੱਲ ਕਰੀ ਦੀ ਹੈ ਨਾ ਜੀ। ਮੈਂ ਬਹੁਤ ਸਾਰੇ ਬੱਚੇ ਮੇਰੇ ਕੋਲ ਆਉਂਦੇ, ਉਹਨੂੰ ਪੁੱਛੀ ਦਾ ਰੋਣ ਲੱਗ ਜਾਂਦੇ ਆ। ਮੇਰੀ ਵਾਈਫ ਤੇ ਅਸੀਂ ਜੇ ਕਿਸੇ ਕੁੜੀ ਦਾ ਫੋਨ ਅਜੇ ਅਸੀਂ ਦੋਨੇ ਜਾਂਦੇ ਹਾਂ ਡਿਲੀਵਰ ਕਰਨ, ਕਿਉਂਕਿ ਛੋਟੀਆਂ ਬੱਚੀਆਂ ਪਤਾ ਨਹੀਂ ਹੁੰਦਾ। ਹੁਣ ਬੇਸਮੈਂਟ 'ਚ ਰਹਿੰਦੀਆਂ, ਮੈਂ ਜਾਊਂਗਾ ਉੱਤੇ ਵਾਲਾ ਪਤਾ ਨਹੀਂ ਕੀ ਸੋਚੂਗਾ, ਜਿਹੜੇ ਉੱਥੋਂ ਦੇ ਹਾਲਾਤ ਆ। ਮੈਂ ਕੁੜੀ ਰੋਈ ਜਾਵੇ ਹਟੇ ਨਾ, ਮੈਂ ਉਹਨੂੰ ਕਿਹਾ ਬਹਿ ਜਾ ਪੁੱਤ। ਮਤਲਬ ਕਿ ਜਿਹੜੀ ਸਭ ਤੋਂ ਵੱਡੀ ਦਿਖਾਤ ਇੱਥੇ ਪੇਰੈਂਟਸ ਨੂੰ ਕੁਛ ਨਹੀਂ ਪਤਾ। ਇਮੀਗ੍ਰੇਸ਼ਨ ਏਜੰਟ ਪੈਸੇ ਲੈ ਲੈਂਦੇ ਆ, ਐਡੇ ਐਡੇ ਵੱਡੇ ਸੁਪਨੇ ਵਿਖਾਉਂਦੇ ਆ, ਗੱਲ ਹੀ ਕੋਈ। ਮੈਂ ਕਿਹਾ ਤੂੰ ਰੋਈ ਕਦੋਂ? ਕਹਿੰਦੀ ਮੈਨੂੰ 8ਵੀਂ ਤੋਂ ਲੈ ਕੇ ਜਿੰਨੇ ਬੱਚੇ ਬਾਹਰ ਗਏ ਉਹਨਾਂ ਨੂੰ ਪੁੱਛ ਲਓ, 8ਵੀਂ ਤੋਂ ਲੈ ਕੇ 12ਵੀਂ ਤੱਕ ਉਹਨਾਂ ਨੂੰ ਕੁਛ ਨਹੀਂ ਪਤਾ ਕੌਣ ਮਰਦਾ, ਕੌਣ ਜੰਮਦਾ, ਕੌਣ ਸਾਡੇ ਵਿਆਹ। ਸਿਰਫ ਇੱਕੋ ਚੀਜ਼ ਆ, ਤੂੰ ਵਿਆਹ 'ਤੇ ਨਹੀਂ ਜਾਣਾ, ਤੂੰ ਕਿਤੇ ਟਾਈਮ ਨਹੀਂ ਵੇਸਟ ਕਰਨਾ, ਪੜ੍ਹਨਾ 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 ਪੜ੍ਹਨਾ। 6 ਵਜੇ ਜਵਾਕ ਉਠਾ ਲੈਂਦੇ ਆ, ਟਿਊਸ਼ਨ 'ਤੇ ਭੇਜਦੇ ਆ। 7:30 ਜਵਾਕ ਮੁੜ ਕੇ ਆਉਂਦਾ, 9 ਵਜੇ ਸਕੂਲੇ ਭੇਜ ਦਿੰਦੇ ਆ। 4 ਵਜੇ ਜਵਾਕ ਮੁੜ ਕੇ ਆਉਂਦਾ, ਘੰਟਾ ਰੋਟੀ ਖਾ, ਸ਼ਾਮ ਨੂੰ ਫਿਰ ਟਿਊਸ਼ਨ 'ਤੇ। ਕਹਿੰਦੀ ਜੇ ਮੈਂ ਚੱਪਲਾਂ ਵੀ ਲੈਣੀਆਂ ਸੀ ਅਤੇ ਡੈਡੀ ਸਕੂਟਰ 'ਤੇ ਭਾਗੇ ਨਾਲ ਲੈਣ ਜਾਂਦਾ। ਜਿਹਨੂੰ ਚੱਪਲਾਂ ਲੈਣ ਤੋਂ ਤੁਸੀਂ ਇਕੱਲੇ ਨੂੰ ਬਾਜ਼ਾਰ ਨਹੀਂ ਭੇਜਿਆ, ਅਤੇ ਅੱਜ ਹੁਣ ਤੁਸੀਂ ਕੈਨੇਡਾ ਭੇਜਤਾ, ਕੀ ਕਰੂ ਬੱਚਾ? ਉਹਨੂੰ ਡਿਪਰੈਸ਼ਨ ਹੋਊ, ਉਹ ਸਟਰੈਸ 'ਚ ਆਊ, ਕੰਧਾਂ 'ਚ ਸਿਰ ਪਾਊ। ਇਸ ਕਰਕੇ ਜੇ ਇੱਥੇ ਪੇਰੈਂਟਸ ਨੂੰ ਦੱਸੀਦਾ ਨਾ
ਫਿਰ ਉਹ ਲੋਕ ਇਸ਼ੂ ਬਣਾ ਲੈਂਦੇ। ਇਹ ਜਿਹੜੇ ਪਹਿਲਾਂ ਇਮੀਗ੍ਰੈਂਟ ਹੈ ਉਹ ਸਟੂਡੈਂਟ ਨੂੰ ਲਾਈਕ ਨਹੀਂ ਕਰਦੇ। ਰੌਲਾ ਸਟੂਡੈਂਟ ਲਾਈਕ ਨਹੀਂ, ਅਸੀਂ ਆਪਣੇ ਕੱਲਾ ਬੱਚਾ ਪੇਰੈਂਟਸ ਦਾ ਜਦੋਂ ਉਹਦੀ ਬਾਡੀ ਆਉਂਦੀ ਹੈ ਕਿ ਪੇਰੈਂਟਸ ਦਾ, ਮੈਂ ਬਹੁਤ ਬਾਡੀਆਂ ਭੇਜੀਆਂ ਆਪਣੇ ਹੱਥੀਂ, ਜਦੋਂ ਇਹ ਮਾਂ-ਬਾਪ ਨਾਲ ਥੱਲੇ ਕਰੀਦੀ ਹੈ ਨਾ ਕੰਧਾ ਹੀ ਸਿਰ ਮਾਰਦੇ ਨੇ। ਰੌਲਾ ਇਹ ਨਹੀਂ ਕਿ ਅਸੀਂ ਉਹਨਾਂ ਨੂੰ ਪਸੰਦ ਨਹੀਂ ਕਰਦੇ, ਪਰ ਰੌਲਾ ਇਹ ਕਿ ਜਿਹਦਾ ਕੱਲਾ ਪੁੱਤ ਆ ਉਹਨੇ ਇੱਥੋਂ ਤੱਕ ਭੇਜਿਆ ਤੇ ਜਦੋਂ ਉਹਦੀ ਡੈਡ ਬਾਡੀ ਆਉਣੀ ਹੈ ਤਾਂ ਪੇਰੈਂਟਸ ਕੁਝ ਕਸੂਰ ਮਾਪਿਆਂ ਨਾਲੋਂ ਵੱਧ ਇਮੀਗ੍ਰੇਸ਼ਨ ਜਿਹੜੀ ਇੱਥੋਂ ਗਲਤ ਨੌਲੇਜ। ਇੱਥੇ ਸਾਡੇ ਜੀ ਬੱਚੇ ਨੇ ਜਾਣਾ ਸੀ, ਮੈਨੂੰ ਕਹਿੰਦੇ ਤੁਹਾਡੇ ਕੋਲ ਬੱਚੇ ਨੇ ਜਾਣਾ। ਮੈਂ ਕਿਹਾ ਕੋਈ ਨਹੀਂ ਬੇਟਾ, ਕਿੱਥੇ ਜਾਣਾ? ਟ੍ਰਿਮ ਕਾਲਜ। ਮੈਂ ਕਿਹਾ ਪੁੱਤੋ ਪਤਾ ਕਿੱਥੇ ਹੈ? ਕਹਿੰਦਾ ਕਿੱਥੇ? ਮੈਂ ਕਿਹਾ ਤੇਰਾ ਸਾਡੇ ਤੋਂ 4300 ਮੀਲ ਦੂਰ ਆ, ਤੇਰਾ ਇੰਡੀਆ ਡੇਢ ਵੀ ਖਤਮ ਹੋ ਗਈ। ਮੈਂ ਕਿਹਾ ਜੇ ਤੂੰ ਤਾਂ ਨਾਮ ਬਰੈਂਪਟਨ ਸੁਣ ਲਿਆ ਨਹੀਂ, ਕੋਈ ਬਰੈਂਪਟਨ ਦੇ ਵਿੱਚ ਕੀ ਚੀਜ਼ ਆ ਜਿਹੜੀ ਇੱਥੇ ਇਨਵੈਸਟੀਗੇਟਿੰਗ ਇਮੀਗ੍ਰੇਸ਼ਨ ਵਾਲੇ ਕਰਦੇ ਆ। ਅਸੀਂ ਬਹੁਤ ਵਾਰੀ ਕੋਸ਼ਿਸ਼ ਕੀਤੀ ਹੈ ਕਹਿਣ ਨਾਲ ਰੌਲਾ ਪਾਉਣ ਦੀ, ਮਿੰਟਾਂ ਨਹੀਂ ਕਰਨਾ, ਤੁਸੀਂ ਥੋੜ੍ਹਾ ਜਿਹਾ ਪੁੱਛ ਲਓ। ਸਭ ਤੋਂ ਵੱਡੀ ਪ੍ਰੋਬਲਮ ਇਹ ਕਿ ਜੇ ਅਸੀਂ ਕਿਸੇ ਨੂੰ ਸੱਚ ਦੱਸਦੇ ਹਾਂ ਨਾ, ਸਾਡੇ ਕੋਲ ਤੋਂ 4-5 ਬੱਚੇ ਗਏ, ਮੈਂ ਕਿਹਾ ਉੱਥੇ ਨਾ ਭੇਜੋ ਤੇ ਕੋਈ ਨਹੀਂ। ਉਹਨਾਂ ਨੇ ਮੂਹਰੋਂ ਇਹ ਕਿਹਾ ਸਾਡੀ ਮਦਦ ਦਾ ਕੀ ਕਰਨੀ, ਸਾਡੇ ਜਵਾਕ ਨੂੰ ਰੋਕਿਆ ਉੱਥੇ ਜਾਣ ਰੋਕਿਆ। ਇਸ ਕਰਕੇ ਸਾਡੀ ਕੋਸ਼ਿਸ਼ ਇਹੀ ਹੁੰਦੀ ਆ, ਕਿਉਂਕਿ ਇਹ ਵੀ ਸੰਸਥਾ ਚਲਾਉਂਦੇ ਆ, ਅਸੀਂ ਇਹ ਸਾਰਾ ਮੇਰੇ TV ਦਾ ਰੇਡੀਓ ਦਾ ਲੋਕ ਕਵਰ ਕਰਦੇ ਆ, ਬੈਕਬੋਨ ਆ ਮੇਰੀ ਰਲ ਕੇ ਕਿ ਭਈ ਦਿਖਾਉਣ ਤਾਂ ਪੰਜਾਬ ਦੇ ਹਾਲਾਤ। ਮੈਂ ਤੁਹਾਡੀ ਗੱਲ ਜੇ ਨਾ ਕੱਟਾਂ ਵੀ ਇਸੇ ਗੱਲ ਨੂੰ ਤੁਸੀਂ ਅੱਗੇ ਵਧਾਉਂਦੇ ਆ, ਤੁਹਾਡੀ ਸੰਸਥਾ ਦਾ ਵਿੰਗ ਇੱਕ ਪੰਜਾਬ 'ਚ ਕਿਉਂ ਨਹੀਂ ਬਣਾਇਆ ਜਾਂਦਾ? ਇੱਥੇ ਤੁਸੀਂ ਇਹੋ ਜਿਹੀਆਂ ਜ਼ਿੰਮੇਵਾਰੀਆਂ ਕਿਉਂ ਨਹੀਂ ਦਿੰਦੇ ਜਿਹੜੇ ਲੋਕਾਂ 'ਚ ਪ੍ਰਚਾਰ ਤੇ ਪ੍ਰਸਾਰ ਕਰਨ ਇਸ ਗੱਲ ਦਾ? ਹਾਕਮ ਭਾਜੀ ਮੈਂ ਸੁਣ ਲਓ, ਮੈਂ ਘੱਟੋ ਘੱਟ ਇੰਨੇ ਸੈਸ਼ਨ ਲਾਏ ਨਾ ਇੱਥੇ, ਜਲੰਧਰ ਬੰਦਿਆਂ ਨੇ ਰੱਖਿਆ, ਮੈਂ ਗਿਆ ਸਾਰੇ ਬੰਦੇ ਉੱਠ ਕੇ ਚਲੇ ਗਏ। ਮੈਂ ਪੇਜ ਬੰਦ ਕਰਤਾ ਸੀ, ਉਸ ਪੇਜ 'ਤੇ ਘੱਟੋ ਘੱਟ 2 ਬੰਦਿਆਂ ਦੀ ਸ਼ਾਬਾਸ਼ੀ ਹੁੰਦੀ ਸੀ, 700 ਗਾਲ ਹੁੰਦੀ ਸੀ। ਤੇ ਜਿਹੜੇ ਸਾਡੇ ਜਵਾਕ ਕੈਨੇਡਾ 'ਚ ਜਾ ਕੇ ਰੇਡੀਓ ਟੀਵੀਆਂ 'ਤੇ ਰੌਲਾ ਪਾਉਂਦੇ, ਉਹ ਸਹੀ ਗੱਲ ਆ ਕਿ ਬਾਹਰ ਦੇ ਲੋਕ ਸਾਡੇ ਬੱਚਿਆਂ ਨੂੰ ਚਾਹੁੰਦੇ ਨੇ। ਹੁਣ ਮੇਰਾ ਬੱਚਾ ਗਲਤ ਆ ਨਾ, ਉਹਨੇ ਇਹ ਨਹੀਂ ਦੱਸਣਾ ਕਿ ਹਾਕਮ ਭਾਜੀ ਨੇ ਮੈਨੂੰ ਰੋਕਿਆ ਕਾਹਤੋਂ। ਉਹਨੇ ਕਹਿਣਾ ਨਹੀਂ ਭਾਜੀ ਉਹ ਆਪਣਾ ਚਾਚਾ ਨਾ, ਉਹ ਤੋਂ ਵੇਖ ਕੇ ਖੁਸ਼ ਨਹੀਂ ਹੋਈ। ਮੈਂ ਫਿਰ ਉਹ ਬੰਦੇ ਦਾ ਇੱਕ ਮੇਰੇ ਬੰਦੇ ਨਾਲ ਆਈ ਤੱਕ ਹੋ ਗਈ। ਮੈਂ ਕਿਹਾ ਗੱਲ ਸੁਣ, ਤੁਸੀਂ ਉਹੀ ਲੋਕ ਆ ਨਾ ਜਿਨ੍ਹਾਂ ਨੂੰ ਅਸੀਂ ਲੋਕ ਤਾਏ ਚਾਚੇ ਦੇ ਪੁੱਤਾਂ ਨੂੰ 16 ਲੱਖ ਲਾ ਕੇ ਗਲਤ ਰਾਹ ਰਾਹੀਂ ਕੈਨੇਡਾ ਜਾਂਦੇ ਕਿ ਸਾਡੇ ਤਾਏ ਦੇ ਪੁੱਤ ਕਾਮਯਾਬ ਹੋ ਜਾਣ। ਅਤੇ ਅੱਜ ਤੁਹਾਡਾ ਪੁੱਤ ਡਾਇਰੈਕਟ ਗਿਆ, ਸਾਨੂੰ ਕੀ ਦੁੱਖ ਆ? ਦੁੱਖ ਇਹ ਆ ਕਿ ਜਦੋਂ ਅਸੀਂ ਉਹਦੀ ਲਾਸ਼ ਆਪਣੇ ਮੋਢੇ 'ਤੇ ਰੱਖ ਕੇ ਤੁਹਾਨੂੰ ਭੇਜਣੀ ਹੈ ਨਾ, ਉਹ ਭੇਜਣੀ ਕਿਉਂਕਿ ਸਾਡੇ ਜਿਹੜੇ ਲੋਕ ਆ ਸਮਝਦੇ ਸੀ ਜਿੰਨਾ ਮਰਜ਼ੀ ਠੀਕ ਆ ਮੰਨਦੇ ਆ। ਇਸ ਮੁਲਕ 'ਚ ਬਹੁਤ ਧੱਕਾ। ਮੇਰਾ ਬੇਟਾ ਇੱਥੇ ਪੜ੍ਹਦਾ ਜੀ, ਲੱਖਾਂ ਰੁਪਈਆ ਫੀਸ ਹੈ ਜੀ, 80,000 ਰੁਪਈਆ ਫੀਸ ਹੈ ਸਮੈਸਟਰ ਦੀ। ਵੈਟਰਨਰੀ ਦੇ ਵਿੱਚ ਸਾਡਾ ਬੇਟਾ 12 ਲੱਖ ਰੁਪਈਆ ਦਿੰਦਾ। ਟੀਚਰ ਇੰਨਾ ਮਿਸਬਿਹੇਵ ਕਰਦੇ, ਜਿਹੜੇ ਬਾਹਰੋਂ ਜਵਾਕ ਆਉਂਦੇ ਆ, ਅਨਬਿਲੀਵੇਬਲ। ਮੇਰੇ ਕੋਲ ਰਿਕਾਰਡਿੰਗਾਂ ਮੈਂ ਕਿਹਾ ਪਿਛਲੇ ਦਿਨੀ, ਮਤਲਬ ਕਿ ਇੰਨਾ ਤੁਸੀਂ ਮੇਰਾ ਖਿਆਲ ਕੈਨੇਡਾ ਦੇ ਵਿੱਚ, ਹਾਂ ਇਹਨਾਂ ਦੀ ਕੋਸ਼ਿਸ਼, ਇੰਨਾ ਕੈਨੇਡਾ ਦੇ ਵਿੱਚ ਕੈਦੀਆਂ ਨੂੰ ਬੈਡ ਟਰੀਟ ਨਹੀਂ ਕੀਤਾ ਜਾਂਦਾ ਜਿੰਨਾ ਇਸ ਮੁਲਕ ਦੇ ਵਿੱਚ NRI ਬੱਚਿਆਂ ਨੂੰ ਕੀਤਾ ਜਾਂਦਾ। ਤੇ ਮੈਂ ਇਸ ਕਰਕੇ ਕਹਿੰਦਾ ਕਿ ਜੇ ਬਣਾਓ ਸੰਸਥਾਵਾਂ, ਮੈਂ ਆਪਾਂ ਫਾਈਨੈਂਸ਼ੀਅਲੀ ਸਪੋਰਟ ਕਰਨ ਨੂੰ ਤਿਆਰ ਆ। ਨਹੀਂ, ਇਸ ਗੱਲ ਨੂੰ ਜ਼ਰੀਆ ਇਹ ਨਹੀਂ ਹੈ ਵੀ ਤੁਹਾਡੇ ਸਮੈਸਟਰ ਲਾਏ ਜਾਣ। ਸੁਹਿਰਦ ਬੰਦੇ ਤਾਂ ਇੱਥੇ ਵੀ ਬਹੁਤ ਨੇ, ਮੰਨਿਆ ਕਿ ਬਹੁਤ ਜਿਹੜੀ ਬਹੁ ਗਿਣਤੀ ਹੈ ਉਹ ਉਹਨਾਂ ਲੋਕਾਂ ਦੀ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ, ਜਿਹੜੇ ਫਿਊਚਰ ਦੀ ਭਾਲ ਦੇ ਵਿੱਚ ਆਪਣਾ ਭਵਿੱਖ ਤਬਾਹ ਕਰ ਰਹੇ ਆ, ਉਹ ਲੋਕ ਬਹੁਤ ਜ਼ਿਆਦਾ ਨੇ। ਮੈਂ ਮੰਨਦਾ ਇਸ ਗੱਲ ਨੂੰ। ਅਸੀਂ ਪੰਜਾਬ ਦਾ ਪਿੰਡ ਫੇਰੇ, ਪਰ ਇਹ ਦੁੱਖ ਵੀ ਬਹੁਤ ਵੱਡਾ ਹੈ। ਇਹ ਟ੍ਰੈਜਡੀ ਕਿੱਡੀ ਵੱਡੀ ਹੈ ਜਿੱਡੀ ਤੁਸੀਂ ਦੱਸ ਰਹੇ ਹੋ, ਸਾਡੇ ਤਾਂ ਇਹ ਦਿਮਾਗ 'ਚ ਵੀ ਨਹੀਂ ਐਡੀ ਵੱਡੀ ਗੱਲ। ਤੁਸੀਂ ਇਹਨੂੰ ਪ੍ਰੋਪਰ ਕਨਵੇ ਕਰਿਆ ਕਰੋ। ਅਸੀਂ ਇੱਥੇ ਪ੍ਰਚਾਰ ਪ੍ਰਸਾਰ ਕਰਨ ਵਾਲੇ ਬਹੁਤ ਬੰਦੇ, ਬਹੁਤ ਲੋਕਾਂ ਨੂੰ ਸਮਝਾ ਸਕਦੇ ਹਾਂ। 2009 'ਚ ਆਰਗੇਨਾਈਜੇਸ਼ਨ ਇੱਥੇ ਮੈਂ ਰਜਿਸਟਰਡ ਕਰਵਾਈ ਸੀ, ਸੇਮ ਜਿੱਥੇ ਮੈਂ ਕੰਮ ਕਰਦਾ ਸੀ ਜੀ। ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਸੈਮੀਨਾਰ ਕਰਦੇ ਹਰੇਕ ਸਾਲ, ਬੱਚਿਆਂ ਨੂੰ ਦੱਸੀਦਾ ਸੀਗਾ ਸਾਰਾ। ਕਿਉਂਕਿ ਪ੍ਰੋਬਲਮ ਇਹ ਆ, ਇੱਥੋਂ ਦੀ ਜਿਹੜੀ ਐਜੂਕੇਸ਼ਨ ਸਿਸਟਮ ਹੈ ਉਹ ਤੁਹਾਨੂੰ ਅਕੈਡਮਿਕ ਐਜੂਕੇਸ਼ਨ ਦਿੰਦਾ, ਜਿਹਦੇ ਨਾਲ ਤੁਸੀਂ ਵਧੀਆ ਜੋਬ ਲੈ ਸਕਦੇ ਹੋ, ਚੰਗੇ ਪੈਸੇ ਕਮਾ ਸਕਦੇ ਹੋ, ਡਾਕਟਰ ਬਣ ਸਕਦੇ ਹੋ, ਵਕੀਲ ਬਣ ਸਕਦੇ ਹੋ। ਕਿਤੇ ਕੋਈ ਐਜੂਕੇਸ਼ਨ ਨਹੀਂ ਮਿਲਦੀ ਤੂੰ ਵਧੀਆ ਇਨਸਾਨ ਕਿਵੇਂ ਬਣਨਾ, ਉਹ ਹੈ ਹੀ ਨਹੀਂ ਕਿਤੇ। ਜਿਹੜੀ ਮੌਤ ਬਿਲਕੁਲ ਹੈ ਨਹੀਂ। ਹੁਣ ਜਿਵੇਂ ਪੁੱਤਾ ਭਾਜੀ ਨੇ ਗੱਲ ਕੀਤੀ ਹੈ ਕਿ
ਬੱਚੇ ਨੂੰ ਜਦੋਂ ਡਿਸੀਜਨ ਹੀ ਨਹੀਂ ਕਰ ਪਾਉਂਦਾ, ਸਿੱਖ ਉਹਨੂੰ ਪਤਾ ਹੀ ਨਹੀਂਗਾ ਜੀ ਜੀ ਨਹੀਂ ਮੈਂ ਕਿੱਥੇ ਜਾਣਾ, ਕਿਹਦੇ ਨਾਲ ਗੱਲ ਕਰਨੀ ਹੈ, ਕਿਹਨੂੰ ਫਰੈਂਡ ਬਣਾਉਣਾ, ਕਿਹਨੂੰ ਆਪਦਾ ਭੇਜ ਦੇਣਾ, ਕਿਹਦੇ ਨਾਲ ਰਹਿਣਾ, ਕਿਵੇਂ ਗੱਲ ਕਰਨੀ ਹੈ, ਉਹਦੇ ਕੋਲ ਐਜੂਕੇਸ਼ਨ ਹੀ ਹੈ ਨਹੀਂ। ਪ੍ਰੋਬਲਮ ਇਹ ਹੈ। ਮੈਂ ਇਹੀ ਗੱਲ ਗਿੱਲ ਸਾਹਿਬ ਮੈਂ ਕਰ ਰਿਹਾ, ਤੁਹਾਡੀ ਗੱਲ ਨੂੰ ਅੱਗੇ ਵਧਾ ਰਿਹਾ ਵੀ ਇਹਨੂੰ ਤੁਸੀਂ ਥੋੜਾ ਜਿਹਾ, ਤੁਹਾਨੂੰ ਤਕਲੀਫ ਤਾਂ ਲਾਜ਼ਮੀ ਹੋਊਗੀ, ਲਾਜ਼ਮੀ ਇਹ 'ਚ ਥੋੜਾ ਜਿਹਾ ਵਰਕ ਆਪਾਂ ਨੂੰ ਕਰਨਾ ਪਊਗਾ, ਪਰ ਬਹੁਤ ਲੋਕਾਂ ਦੀ ਜ਼ਿੰਦਗੀ ਤੇ ਬਹੁਤ ਘਰਾਂ ਦਾ ਭਵਿੱਖ ਜਿਹੜਾ ਬਚਾਇਆ ਜਾ ਸਕਦਾ ਤੁਹਾਡੀਆਂ ਗੱਲਾਂ ਤੋਂ। ਅੱਜ ਸਾਨੂੰ ਸਮਝ ਆਉਂਦੀ ਹੈ, ਜਿਹੜੇ ਸਮਝਦਾਰ ਲੋਕ ਨੇ ਫੋਲੋ ਕਰਦੇ ਨੇ ਵੀ ਪ੍ਰੋਬਲਮ ਕਿੱਥੇ ਹੈ। ਅਸੀਂ ਤਾਂ ਆਪਣੇ ਬੱਚੇ ਬਾਹਰ ਭੇਜੀਏ ਨਾ ਭੇਜੀਏ, ਪਰ ਜਿਹੜਾ ਇਹ ਵੱਗ ਜਾ ਰਿਹਾ, ਜਿਹੜਾ ਚੱਕਾ ਚੌਂਚ ਇਮੀਗ੍ਰੇਸ਼ਨ ਦੀ ਚੱਕਾ ਚੌਂਚ ਦੇ ਵਿੱਚ ਜਿਹੜੀ ਪ੍ਰੋਬਲਮ ਹੋ ਰਹੀ ਹੈ, ਇਹਨੂੰ ਮਤਲਬ ਘੱਟੋ ਘੱਟ ਇਹ ਤਾਂ ਗਾਈਡ ਕਰੀਏ ਵੀ ਇੱਥੇ ਕੀ ਪ੍ਰੋਬਲਮ ਆ ਸਕਦੀਆਂ ਤੇ ਕੀ ਹੋਣਾ ਚਾਹੀਦਾ, ਬੱਚਿਆਂ ਨੂੰ ਕੀ ਕਰਨਾ ਚਾਹੀਦਾ। ਬੱਚੇ ਭੇਜਣ ਦੀ ਇੱਕੋ ਪ੍ਰੋਬਲਮ ਦਾ ਹੱਲ ਹੈਗਾ ਜੀ, ਘੱਟੋ ਘੱਟ ਬੱਚੇ ਨੂੰ 2 ਤੋਂ 3 ਸਾਲ ਦੀ ਡਿਗਰੀ ਕਰਾਓ ਜੀ। ਉਹਦਾ ਮਤਲਬ ਕਾਲਜ ਜਾਊ, ਉਹ ਯੂਨੀਵਰਸਿਟੀ ਜਾਊ, ਉਹਨੂੰ ਦੁਨੀਆਦਾਰੀ ਬਾਰੇ ਪਤਾ ਹੋਊ। ਤੁਸੀਂ ਜਿਹੜਾ ਕੁਕੜੀ ਵਾਲਾ ਕੰਮ ਕੀਤਾ ਕਿ ਉਹ ਹੱਥ ਲਈ ਰੱਖਿਆ ਚੂਚੇ ਗੁੜ ਵੀ ਹਿੱਲਣਾ ਲੈ ਜੇ, ਫਲਾਨਾ ਲੈ ਜੇ, ਛੱਡਿਆ ਨਹੀਂ, ਉਹਨੂੰ ਥੋੜ੍ਹੀ ਜਿਹੀ ਅਕਲ ਆ ਜੀ, ਉਹਦੀ ਮਾਨਸਿਕਤਾ ਮਜ਼ਬੂਤ ਹੋ ਜੀ। ਉਹਨੂੰ ਇਹ ਪਤਾ ਲੱਗ ਜਾਵੇ 2 ਸਾਲ 3 ਸਾਲ ਦੀ ਡਿਗਰੀ ਕਰੂ ਕਿ ਭਾਈ ਮੇਰਾ ਮਾੜਾ ਕੀ ਆ, ਚੰਗਾ ਕੀ ਆ, ਮੈਂ 2 ਸਾਲ ਦੇ ਵਿੱਚ 5,000 ਬੰਦੇ ਨਾਲ ਯੂਨੀਵਰਸਿਟੀ ਕਾਲਜ ਘੁੰਮਿਆ ਤੇ ਮੈਨੂੰ ਥੋੜ੍ਹੀ ਜਿਹੀ ਨੌਲੇਜ ਆ। ਜੇ ਪੇਰੈਂਟਸ ਨੂੰ ਪਹਿਲਾਂ ਵੀ ਡਿਗਰੀ ਕਰਾ ਲਓ 2 ਸਾਲ ਨਾਲ ਕੋਈ ਫਰਕ ਨਹੀਂ ਪੈਂਦਾ। ਹੋ ਸਕਦਾ 2 ਸਾਲ ਇੱਥੇ 10-20-50,000 ਰੁਪਈਆ ਖਰਚਣਾ, ਬੱਚੇ ਦੀ ਜਾਨ ਬਚ, ਬੱਚਾ ਸਟ੍ਰੈਸ ਲੈਵਲ ਤੋਂ ਬਾਹਰ ਨਿਕਲ ਜੇ, ਬੱਚੇ ਨੂੰ ਨੌਲੇਜ ਹੋ। ਬਹੁਤ ਵੱਡੀ ਗੱਲ, ਕਿਉਂਕਿ ਹਰੇਕ ਨੂੰ ਇਹੀ ਹੈ ਕਿ 12 ਪੜ੍ਹਨ ਤੋਂ ਬਾਅਦ ਮੇਰਾ ਬੱਚਾ ਸਿੱਧਾ ਕੈਨੇਡਾ ਜਾ। ਹਾਂ ਅਸੀਂ ਕਹਿੰਦੇ ਜਾਵੇ, ਪਰ ਇੱਕੋ ਹੀ ਉਹਦੀ ਬੇਨਤੀ ਕਰਦੇ ਵੀ ਡਿਗਰੀ ਕਰਾਓ, 2 ਸਾਲ ਡਿਪਲੋਮਾ ਕਰਾ ਦਿਓ, ਮੈਚੁਰ ਹੋ ਜਾਂਦਾ ਬੱਚਾ, ਉਹਨੂੰ ਬਹੁਤ ਕੁਝ ਸਮਝ ਆਉਂਦਾ। ਇੱਕ ਤਾਂ ਉਹ 16 ਸਾਲ ਦੀ ਕੈਟਾਗਰੀ ਦੀ ਉਹ 20 ਸਾਲ ਤੱਕ ਹੋਈ, ਉਹਨੂੰ ਆਪਣਾ ਚੰਗੇ ਮਾੜੇ ਦਾ ਪਤਾ ਲੱਗਣਾ। ਸਾਡੀਆਂ ਬੱਚੀਆਂ ਜਿਹੜੀਆਂ ਜੇ ਇਹ ਗੱਲ ਅਸੀਂ ਬੋਲਦੇ ਹਾਂ, ਇੰਨੀਆਂ ਗਲਤ ਸਿਸਟਮ 'ਚ ਪੈ ਗਈਆਂ, ਮਹਿੰਗੇ ਬ੍ਰਾਂਡ, ਮਹਿੰਗੀ ਚੀਜ਼ ਆਉਣੀ ਕਿੱਥੋਂ ਆ, ਕਿਹੜੇ ਸਭ ਫੀਸ ਨਹੀਂ ਦੇ ਰਹੀ। ਸਾਡੀ ਏਜੰਸੀ ਦੇ ਥਰੂ ਐਵਰੀ ਈਅਰ ਪਿਛਲੇ 5 ਸਾਲਾਂ ਤੋਂ ਭਾਜੀ ਉਹਨਾਂ ਕੋਲੇ ਜ਼ਿਆਦਾ ਕੇਸ ਆਉਂਦੇ ਆ ਇਹ, ਪਰ ਅਸੀਂ ਪ੍ਰੋਪਰ ਤਰੀਕੇ ਨਾਲ ਕਰਦੇ ਹਾਂ। 5 ਕੁੜੀਆਂ ਦੇ ਬੇਬੀ ਬॉय ਜਿਹੜੇ ਹੁੰਦੇ ਆ, ਸਟੂਡੈਂਟਸ ਜਿਹੜੀਆਂ ਇੱਥੋਂ ਜਾਂਦੀਆਂ, ਉਹ ਪਹਿਲਾਂ ਡਿਪਲੋਮੇ ਹੋ ਜਾਂਦੇ ਆ ਉਹਨਾਂ ਦੇ, ਉਹ ਅਡਾਪਟ ਕਰਵਾਈ ਦੇ ਉੱਥੇ। ਹੁਣ ਸਾਨੂੰ ਉਹ ਅਡਾਪਟ ਕਰਨ ਵਾਲੇ ਪੇਰੈਂਟਸ ਨਹੀਂ ਲੱਭ ਰਹੇਗੀ, ਐ ਨਹੀਂ ਮੁੱਕਦੀ, ਕੋਈ ਨਹੀਂ ਅਡਾਪਟ ਕਰ ਰਿਹਾ। ਹੁਣ ਜਿਹੜੀ 20 ਸਾਲ ਦੀ ਆ, ਜਿਹਨੇ ਉਹ ਬੇਬੀ ਹੋ ਗਿਆ, ਉਹਦੇ ਇੱਥੇ ਤੱਕ ਪੇਰੈਂਟਸ ਨੂੰ ਪਤਾ ਹੀ ਨਹੀਂ। ਤੇ $10,000 ਘੱਟੋ ਘੱਟ ਉਹਦਾ ਹਸਪੀਟਲ ਦਾ ਖਰਚਾ ਜਦੋਂ ਬੇਬੀ ਹੁੰਦਾ। ਹੁਣ ਅੱਜ ਮੈਂ ਇੱਥੇ ਖੜਾ, ਪਰਸੋਂ ਮੈਂ ਕੈਨੇਡਾ 'ਚ ਸੀਗਾ ਤੇ ਮੈਨੂੰ ਇਹ ਨਹੀਂ ਪਤਾ ਸੀ ਕਿ ਮੈਂ ਕੱਲ੍ਹ ਨੂੰ ਚੜ੍ਹਨਾ ਕਿ ਨਹੀਂ ਚੜ੍ਹਨਾ। ਰਾਤ ਪਹੁੰਚਿਆ ਮੈਂ ਕੱਲ੍ਹ, ਯਾਰ ਰਾਤ ਨਾ ਕੀ ਗਈ, ਪਰ ਮੈਂ ਆਇਆ ਕਿਹਦੇ ਨਾਲ, ਇੰਟਰਨੈਸ਼ਨਲ ਸਟੂਡੈਂਟ ਨੂੰ ਲੈ ਕੇ ਆਇਆ। ਪੇਰੈਂਟਸ ਨੇ ਇੱਥੋਂ ਪੈਸੇ ਖਰਚ ਕੇ, ਮੇਰੀ ਟਿਕਟ, ਉਹਦੀ ਟਿਕਟ, ਜਿੰਨਾ ਉੱਥੇ ਖਰਚਾ ਹੋਇਆ ਉਹਨੂੰ ਲੱਭਣ 'ਚ, ਯਾਨੀ ਉਹਨਾਂ ਨੇ ਇੱਥੋਂ ਪੈਸੇ ਖਰਚੇ ਸਾਡਾ ਮੁੰਡਾ ਵਾਪਸ ਆ ਜਾਵੇ। ਸਾਰੇ ਇਹ ਗੱਲ ਵੀ ਇਹ ਸੀ, ਜੇ ਮੈਂ ਉਹਨੂੰ ਨਾਲ ਲੈ ਕੇ ਆਉਂਦਾ, ਉਹਨੇ ਬਕਸੇ 'ਚ ਬੰਦ ਆਉਣਾ ਸੀਗਾ ਤਕਰੀਬਨ। ਸਾਰੇ ਮੇਰਾ ਖਿਆਲ ਹੈ ਵੀ ਮੇਰੇ ਤੋਂ ਛੋਟੀ ਉਮਰ ਦੇ ਬੈਠੇ ਹੋਣੇ, ਮੇਰੇ ਛੋਟੇ ਭਰਾ ਹੈ ਸਾਰੇ। ਅਸੀਂ ਪੰਜਾਬ ਦਾ ਪਿੰਡ ਪਿੰਡ ਗਏ, ਪੰਜਾਬ ਦੀ ਗਲੀ ਗਲੀ ਵਾਚੀ ਹੈ ਪਿਛਲੀ ਅੱਧੀ ਸਦੀ ਤੋਂ। ਚਲੋ ਮੈਂ ਇਸ ਲਾਈਨ 'ਚ ਜਿਵੇਂ ਫਰਕ ਕੀਤਾ, ਕਿਸੇ ਨੂੰ ਇਹ ਸਮਝਾਉਣ ਵਾਲੀ ਗੱਲ ਨਹੀਂ। ਇਹ ਬਹੁਤ ਅਗਾਂਹ ਵਧੂ ਲੋਕਾਂ ਦੀ ਟੀਮ ਹੈ ਜਿਹੜੀ ਅੱਜ ਇੱਥੇ ਮੈਂ ਬੈਠੀ ਦੇਖ ਰਿਹਾ। ਭਾਵੇਂ ਸਾਡੇ ਅਜ਼ੀਜ਼ ਨੇ, ਛੋਟੇ ਭਰਾ ਨੇ, ਬੜੇ ਸਮਰੱਥ ਨੇ। ਪ੍ਰੋਬਲਮ ਇਹ ਹੈ ਵੀ ਪਤਾ ਹੀ ਨਹੀਂ ਸੀ ਅੱਜ ਦੀ ਮਹਿਫਲ ਵੀ ਕਿੱਥੋਂ ਸ਼ੁਰੂ ਹੋਊਗੀ ਤੇ ਇਹਦਾ ਰਿਜ਼ਲਟ ਕੀ ਨਿਕਲੂਗਾ। ਕੁਛ ਹੋਰ ਲੋਕੇਸ਼ਨ ਨਾਲ, ਕਿਸੇ ਹੋਰ ਢੰਗ ਨਾਲ ਸੋਚ ਕੇ ਖੋਸਾ ਸਾਹਿਬ ਆਏ ਨੇ, ਬੜੀ ਇੰਜੋਏ ਵਗੈਰਾ ਦੀ ਗੱਲ ਕਰਾਂਗੇ ਅਸੀਂ। ਤੇ ਬਹੁਤ ਅਸੀਂ ਆਪਣੇ ਭੈਣ ਭਰਾਵਾਂ ਨੂੰ ਮਿਲਣ ਦਾ ਉਹਨੂੰ ਜ਼ਰੀਆ ਵੀ ਨਹੀਂ ਰਹਿ ਗਿਆ। ਲੋਕਡਾਊਨ ਨੇ, ਜੇ ਮੈਂ ਇਹ ਵੀ ਕਹਿ ਲਾਂ ਵੀ ਸਾਡੇ ਜ਼ਿੰਦਗੀ ਕੀ ਰਾਹ में बैठे हुए थे रहनुमा, हर कदम पे काफिला लुटता हुआ देखा गया। ਸਾਡੇ ਜਿਹੜੇ ਆਗੂ ਨੇ, ਸਾਡੀਆਂ ਜਿਹੜੀਆਂ ਸਰਕਾਰਾਂ ਨੇ, ਉਹਨਾਂ ਨੇ ਸਾਨੂੰ ਉੱਥੇ ਲਿਆ ਕੇ ਖੜਾਤਾ ਜਿੱਥੇ ਜਿਨ੍ਹਾਂ ਲੋਕਾਂ ਨੂੰ ਲੱਖਾਂ ਰੁਪਏ ਪੇਮੈਂਟਾਂ ਦੇ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸੁਣਨ ਆਉਂਦੇ ਸੀ। ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਵੱਡਾ ਭਰਾ ਹੋਣ ਦੇ ਨਾਤੇ ਕਿ ਅੱਜ ਉਹ ਰੋਟੀ ਤੋਂ ਆਵਾਜ਼ਾਰ ਨੇ ਤੇ ਹਿੰਦੂ ਮੌਤ ਨੇ। ਮੇਰੇ ਸਾਹਮਣੇ ਬੈਠੇ ਮੇਰੇ ਛੋਟੇ ਵੱਡੇ ਭਰਾਵਾਂ ਨੂੰ ਇਸ ਗੱਲ ਤੇ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਹੈ। ਅਸੀਂ ਇਸ ਪੰਜਾਬ ਦਾ ਹੀ ਖਾਧਾ, ਜੋ ਮਾਨ ਸਨਮਾਨ, ਜੋ ਉਚਾਈਆਂ, ਜੋ ਪਾਵਰਾਂ, ਜੋ ਸਤਿਕਾਰ, ਜੋ ਨਾਂ ਤੇ ਜੋ ਨਾਵਾਂ ਸਾਨੂੰ ਮਿਲਿਆ, ਉਹ ਸਿਰਫ ਪੰਜਾਬ ਨੇ ਦਿੱਤਾ ਹੈ। ਅਸੀਂ ਘਰੋਂ ਤਾਂ ਕੁਝ ਵੀ ਨਹੀਂ ਲੈ ਕੇ ਆਏ। ਸਾਰੇ ਇੱਕ ਦੋ ਹੋਣਗੇ ਜਿਹਨਾਂ ਦੇ ਘਰੋਂ ਸਮਰੱਥ ਹੋਣਗੇ, ਬਾਕੀ ਤਾਂ ਅਸੀਂ ਸਾਰੇ ਗਰੀਬ ਘਰਾਂ ਦੇ ਬੱਚੇ ਹੀ ਹਾਂ। ਮੂਵ ਕੀਤਾ, ਵਰਕ ਕੀਤਾ।
पर अज जिहड़ा मसला मैं खोसा साहब के घरे बैठ के सुन रहा गिल साहब उन्होंने तो, ये तो बहुत वड्डा दुख है। ये कल्ले क्यों लड़न जां इन्हां ते कल्लियां ते क्यों दोष जां दूषण लगे भी ये बंदे रोकते हैं, कनेडा पहलां गए हुए ने। हालांकि मैं अज तो पहलां कदे भी किते फॉरन के मामले दे विच आप जां अपनी फैमिली जां अपने बच्चों बारे बिल्कुल ना कदे सोचा, ना किसी सज्जण नूं कहा लखां जिउंदे रहने वास्ते रहन साडे भरा। पर फिर भी ये जिहड़ा मुद्दा है, ये जिहड़ा उजड़ रहा पंजाब है, आपां पंजाब दे पुत्त हैं, पंजाबी माँ बोली का खाधा पीता है, सारे इस गल का पारण लो कि ये उजड़ रहे पंजाब नूं असीं अपने अखी नहीं वेख सकते ते नहीं वेखना। असीं अज दी महफल चो सब तो पहली गल तां अज यही गल खोसा साहब उन्हां नूं मैं पुरजोर कहूँगा भी तुहानूं तकलीफ तां चलो तुहानूं महाराज ने समर्थ कीता, तुसीं मेहनत कीती, तुसीं देर दे गए हो, तुसीं बहुत कलाकारां दा भविख सवारिया, उन्हां दे परिवारां दा भविख सवारिया, उन्हां दे बाल बच्चों का भविख सवारिया। पर अज तो पंजाब उजड़ रहा है, असीं तां अपनी अखीं देख रहे हैं। ये सच कहने वास्ते बड़ी पावर ते बड़ी निर्मल आत्मा की जरूरत होंदी है, वो साडे कलाकारां च तां है नहीं। तुसीं गुस्सा ना करियो, मेरी गल थोड़ी जी तकलीफ तां दोगी राज ने। मैं पिछले 40-45 साल तो वर्क किया इस लाइन दे विच। पिछले लॉकडाउन दे विच लोग गए कला मंच नां दी संस्था जिहड़ी साडी 25-30 साल तो चलदी सी, वो बना के कीता तां अपने भैणां भरावां दा भला भी हुण मौत दे मूँह च बैठे ने, मरनगे ते जदों रोटी ना होवे किसी कोल तां मौत वल तां जाऊगा ही। अद्धे तां भुख नाल मरनगे, अद्धे सुसाइडां करनगे, घबरा के मरनगे। असीं उहनूं रोकण दी कोशिश कीती, साडिਆਂ भैण भरावां ने उस गल नूं भी ये लिया भी पता नहीं बंदा की राजनीति कर रहा है। अज वोटां दे दिन नेड़े ने और मैं तुहानूं सारिਆਂ नूं चानना कर दियां भी पंजाब दी हर पार्टी मेरे संपर्क च है। मैं वतनजीत नाल आया, पुछो बेटे नाल मैं की गल करदा आया, किन्ने बंदिਆਂ नाल किन्ने लीडरां दे फोन ਇਹਦੇ ਹੁੰਦਿਆਂ 1 घंटे ਦੇ ਵਿੱਚ ਮੈਨੂੰ ਆਏ कि ਅਸੀਂ राजनीति की। यारो बाहर निकलो, इस गल तो आप मर जाएंगे सारे, आप ये गल्लां करते रहांगे, किदन जुड़ के बैठांगे, असीं कदों परिवार बन के चलांगे। ये बहुत वड्डा मसला है। तो मैं खोसा साहब नूं बेनती करूँगा भी साडे लिए कोई भी सेवा होवे, असीं जिन्ने क भी हैगे पूरा डट के मैं इस गल ते रौला पा सकते हैं और साडी आवाज़ सुनी जाती है पंजाब दे विच। असीं जिवें कहोगे इहदा प्रचार ते प्रसार करना जरूरी है ताकि आउण वाली साडी जिहड़ी नस्ल है ये ना होवे कि असीं उस तो ही वांझे हो जाइए। अपने धियां पुत्तां नूं बचाउण दा इस तो वड्डा जरिया कोई नहीं। तुसीं इहनूं तकड़े हो गए, गिल साहब मेरी बेनती है ते इहनूं तकड़े हो गए तुसीं इस मुद्दे नूं उठाओ, असीं पूरा जोर लावांगे, पंजाब 'च तुहाडी डट के हैल्प करांगे और ठोक के काम करांगे। थोड़ी जी इंट्रोडक्शन लंबी हो गई, गल भावुक भी सी। एक्चुअल ये पेन दर्द दा साडा नहीं गल ये बहुत जरूरी है जी, जरूरी ਇਹਦਾ ਬੇਟਾ ਵੀ ਬਾਹਰ ਆ, ਤੁਹਾਡੇ ਜ਼ਰੂਰੀ ਹੈ ਜੀ। ਬੇਟੇ ਬਾਹਰ ਹੋਣਗੇ ਨਾ ਜਾਂ ਜਾਣ ਵਾਲੇ ਹੋਣਗੇ ਜਾਂ ਤੁਸੀਂ ਚਾਹੁੰਦੇ ਹੋਵੋਗੇ ਭੇਜਣਾ। ਗਿੱਲ ਸਾਹਿਬ ਸਾਰੇ ਸਾਡੇ ਹੀ ਬੱਚੇ ਹੈ। ਵੀ ਆਪਾਂ ਜਦੋਂ ਪਰਸਨਲ ਪੈਂਦੀ ਹੋਣਾ ਉਦੋਂ ਪਤਾ ਲੱਗਦਾ ਆਪਾਂ ਨੂੰ, ਹਨਾ ਉਦੋਂ ਰੜਕ ਪੈਂਦੀ ਹੈ ਵੀ ਹਾਂ ਇਹ ਆਪਣੀ ਪੇਨ ਹੈਗੀ ਆ। ਔਰ ਠੀਕ ਆ, ਅਟੱਲ ਸੱਚਾਈ ਆ ਔਰ ਇਹੀ ਪੇਨ ਆ ਸਾਡੀ, ਅਸੀਂ ਇਹ 'ਤੇ ਕੰਮ ਕਰ ਰਹੇ ਹਾਂ, ਕਰਦੇ ਰਹਾਂਗੇ ਜਿੰਨਾ ਵੀ ਗੁਰੂ ਨੇ। मुबारक है भी तुहानूं, जिंदाबाद। मैं निजी तौर पर तुहाडा बहुत बढ़िया काम कर क्या बात है, बहुत जवाब नहीं। ਇੰਟਰੋਡਕਸ਼ਨ ਸੀ ਥੋੜੀ ਕੋਸਾ ਭਾਈ ਦੀ ਰਹਿ ਗਈ ਸੀ। बहुत बढ़िया काम कर रहे हैं, बहुत बढ़िया काम कर रहे ये तो बहुत वड्डी गल शुरू हो गई है। ਹੋਰ ਜਿਹੜਾ ਹੈਗਾ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ, ਉਸ ਚੀਜ਼ ਦਾ ਭਾਜੀ ਨੇ ਕਦੇ ਕ੍ਰੈਡਿਟ ਨਹੀਂ ਲਿਆ। ਹਰ ਸੰਡੇ ਨੂੰ ਸਵੇਰੇ ਇਹ 5 ਵਜੇ ਉੱਠਦੇ ਆ, ਐਤਵਾਰ ਨੂੰ ਉੱਠ ਕੇ ਤੇ ਇਹ ਪਹਿਲਾਂ ਇਹਨਾਂ ਨੇ ਉੱਥੇ ਆਪਣੇ ਸ਼ਾਪ 'ਤੇ ਆਉਣਾ, ਸ਼ਾਪ 'ਤੇ ਆ ਕੇ ਤੇ ਉੱਥੇ ਫੂਡ ਤਿਆਰ ਕਰਦੇ ਆ। ਤਕਰੀਬਨ ਇੱਕ ਪੂਰੀ ਵੈਨ ਭਰ ਕੇ ਜਾਂਦੀ ਆ ਫੂਡ ਦੀ, ਤੇ ਉਹ ਜਿਹੜੇ ਭੁੱਖੇ ਆ ਜਾਂ ਸਟਰੀਟ 'ਤੇ ਬੰਦੇ ਰਹਿੰਦੇ ਆ ਉਹਨਾਂ ਨੂੰ ਲਿਜਾ ਕੇ ਐਵਰੀ ਸੰਡੇ ਜਿਹੜਾ ਖਾਣਾ ਉਹ ਦਿੱਤਾ ਜਾਂਦਾ। ਉਹ ਵੇਟ ਕਰਦੇ ਹੁੰਦੇ ਬੰਦੇ, ਉੱਥੇ ਲੈਣ ਲੱਗ ਜਾਂਦੀ ਆ ਐਵਰੀ ਸੰਡੇ ਬਿਨਾਂ ਕਿਸੇ ਫੰਡ ਤੋਂ। ਇਹ ਥੋੜ੍ਹੇ ਜਿਹੇ ਹੈਗੇ ਆ ਜਿੰਨੇ ਗੁਰੂ ਨੇ ਸਮਰੱਥ ਕੀਤਾ, ਜਿਨ੍ਹਾਂ ਦਾ ਸਰਕਲ ਹੈਗਾ ਫਰੈਂਡ ਸਰਕਲ, ਉਹ ਥੋੜ੍ਹੇ ਪੈਸੇ ਪਾ ਕੇ ਤੇ ਉਹਦੇ 'ਤੇ ਵੀ ਸਾਨੂੰ ਦੂਸ਼ਣ ਲੱਗਦੇ ਵੀ ਗਵਰਨਮੈਂਟ ਕੋਲੋਂ ਪੈਸੇ ਲੈਂਦੇ ਆ, ਹਾਲਾਂਕਿ ਕਿਸੇ ਕੋਲੋਂ ਪੰਜੀ ਨਹੀਂ ਲਈ ਕਿਸੇ ਕਿਤੇ ਵੀ। ਤੁਹਾਨੂੰ ਇਹ ਗੱਲ ਕਹਿਣ ਦੀ ਲੋੜ ਨਹੀਂ, ਸਾਨੂੰ ਸਾਰਾ ਪਤਾ। ਉਹ ਵੀ ਇੱਕ ਇਹਨਾਂ ਦਾ ਵੀ ਪਿਛਲੇ ਕਿੰਨੇ ਸਾਲਾਂ ਤੋਂ ਭਾਜੀ ਕਰਦੇ? 11 ਸਾਲ ਹੋ ਗਏ। ਬਈ ਕਮਾਲ ਹੈ, ਇੱਕ ਨਾਗਾ ਸਲੂਟ ਹੈ ਬਈ, ਸਲੂਟ ਹੈ, ਸਨੋ ਪੈਂਦੀ ਹੋਵੇ, ਸਲੂਟ ਹੈ। ਉਹਦੇ ਵਿੱਚ ਜਿਹੜੇ ਸੇਵਾ ਕਰਨ ਵਾਲੇ ਬੰਦੇ ਆ ਬੈਠੇ ਆ, ਇਹ ਵੀ ਸੇਵਾ ਕੀਤੀਆਂ ਨੇ, ਐਵਰੀ ਸੰਡੇ ਜਾਂਦੇ ਰਹੇ ਆ, ਐਵਰੀ ਸੰਡੇ ਇਹ ਮਨਿੰਦਰ ਵੀ ਜਾਂਦਾ ਰਿਹਾ। ਗਿੱਲ ਸਾਹਿਬ ਜੀਵਨ ਦਾ ਸੱਚ ਵੀ ਇਹ ਹੈ ਵੀ ਤੁਹਾਡੀ ਸੇਵਾ ਕਰਨ ਵਾਸਤੇ ਬਹੁਤ ਲੋਕ ਨਿਕਲ ਆਉਣਗੇ, ਬਹੁਤ ਦੁਨੀਆ ਹੋਊਗੀ ਵੀ ਹਰ ਢੰਗ ਨਾਲ ਕਿਸੇ ਨਾ ਕਿਸੇ ਢੰਗ ਨਾਲ ਤੁਹਾਡੀ ਹੈਲਪ ਕਰ ਦੂਗੀ, ਸੰਸਥਾ ਦੀ ਹੈਲਪ ਕਰ ਦੂਗੀ, ਪਰ ਵਰਕ ਕੋਈ ਨਹੀਂ ਕਰ ਸਕਦਾ, ਅੱਗੇ ਲਾ ਕੇ ਕੋਈ ਨਹੀਂ ਤੁਰਦਾ। ਇਹ ਤੁਹਾਨੂੰ ਹੀ ਸਲੂਟ ਹੈ, ਸੱਚ ਹੈ, ਇਹ ਤੁਹਾਨੂੰ ਹੀ ਕਰਨਾ ਪੈਣਾ ਹੈ। ਸਹੀ ਹੈ ਆਗਮ ਭਾਈ। ਮੈਂ ਛੋਟੀ ਜਿਹੀ ਗੱਲ ਸੁਣਾਉਣਾ ਭਾਈ, ਉਦੋਂ ਮੈਂ ਕੈਨੇਡਾ ਸੀਗਾ, ਉੱਥੇ
ਤੇ ਭਾਈ ਦੀ ਰਿਸ਼ਤੇਦਾਰੀ ਵਿਆਹ ਸੀਗਾ ਔਰ ਖਾਸ ਰਿਸ਼ਤੇਦਾਰੀ ਸੀ ਉਹ ਵੀ ਆਪਾਂ ਉਹਨੂੰ ਛੱਡ ਨਹੀਂ ਸਕਦੇ ਜੀ। ਤੇ ਉਦੋਂ ਭਾਈ ਕਹਿੰਦੇ ਭਾਈ ਤੜਕੇ 5 ਵਜੇ ਉੱਧਰ ਆ ਗਏ। ਮੈਂ ਭਾਈ ਤੁਹਾਡੇ ਵਿਆਹ 'ਚ ਜਾਣਾ ਨਹੀਂ ਸੀਗਾ। ਕਹਿੰਦੇ ਭਾਈ ਆਹ ਜ਼ਰੂਰੀ ਹੈ ਜਿਹੜੇ ਬੰਦੇ ਉੱਥੇ ਮੇਰੀ ਵੇਟ ਕਰਦੇ ਨੇ। ਭਾਈ ਨੇ ਉਹ ਵਿਆਹ ਕੈਂਸਲ ਕਰਕੇ ਉਧਰ ਨਿਬੇੜ ਕੇ ਕੰਮ ਉਦੋਂ ਬਾਅਦ 'ਚ ਵਿਆਹ ਅਟੈਂਡ ਕੀਤਾ ਜਾਏ। ਬੰਦਿਆਂ ਨਾਲ ਤਾਂ ਵੇਟ ਕਰਨੀ ਕਾਰ ਪਾਰਕ ਦੇ ਕਬੂਤਰ ਵੇਟ ਕਰਦੇ ਕੀ ਬਾਤ ਪਰ ਇਹ ਵਿਸ਼ਾ ਜਿਹੜਾ ਸੀਗਾ ਬਹੁਤ ਜ਼ਰੂਰੀ ਸੀਗਾ ਆਪਣੇ ਦੇ ਵਿੱਚ ਜਿਹੜਾ ਆਪਾਂ ਬਚਣਾ ਸੀਗਾ।